ਸਤਿ ਸ਼੍ਰੀ ਅਕਾਲ। ਪੰਜਾਬ ਤੇ ਤੁਹਾਡੇ ਸਭ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ਰਨ ਕੌਰ। ਜਿਹੜਾ ਮੁੱਦਾ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਪੱਕਿਆ ਹੋਇਆ ਉਹ ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਦਾ ਮਾਮਲਾ ਹੈ। ਕੀ ਬੇਅੰਤ ਕੌਰ ਉਹ ਜ਼ਿੰਦਗੀ ਜੀ ਪਾ ਰਹੀ ਹੈ ਜੋ ਉਹਨੂੰ ਮਿਲਣੀ ਚਾਹੀਦੀ ਸੀ? ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਕੁਝ ਉਹਨਾਂ ਲੋਕਾਂ ਦੇ ਵਿੱਚ ਨੇ, ਕੁਝ ਚੰਦ ਲੋਕ ਨੇ ਜਿਹੜੇ ਕਿ ਬੇਅੰਤ ਕੌਰ ਦੀ ਸਪੋਰਟ ਦੇ ਵਿੱਚ ਖੜੇ ਹੋਏ ਨੇ, ਪਰ ਇਹਨਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਨੇ ਅਤੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਰੰਧਾਵਾ ਜੀ। ਮੈਂ ਚਾਹਨੀ ਹਾਂ ਕਿ ਤੁਸੀਂ ਆਪਣਾ ਇੰਟਰੋਡਕਸ਼ਨ ਖੁਦ ਦਿਓ। ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਤਾਂ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਸਾਨੂੰ ਇਹਨੇ ਕਾਬਲ ਸਮਝਿਆ ਵੀ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਕੁਝ ਅਸੀਂ ਬੋਲ ਸਕੀਏ। ਮੈਂ ਐਕਚੁਅਲੀ ਪੇਸ਼ੇ ਤੋਂ ਅਸੀਂ ਇੱਕ ਚੈਨਲ ਚਲਾ ਰਹੇ ਹਾਂ ਜੀ, ਛੜਕਾਟਾ ਟੀਵੀ, ਜਿਸ ਦੇ ਵਿੱਚ ਅਸੀਂ ਐਜ਼ ਏ ਪੱਤਰਕਾਰ ਅਸੀਂ ਕੰਮ ਕਰਦੇ ਨਾਲ ਹਨ। ਤੇ ਬਟ ਇਸ ਕੇਸ ਦੇ ਵਿੱਚ ਨਾ ਥੋੜੀ ਜਿਹੀ ਇਹ ਗੱਲ ਸੀਗੀ ਵੀ ਅਸੀਂ ਕੁੜੀ ਦੇ ਪੱਖ ਦੀ ਗੱਲ ਨਹੀਂ ਸਟਾਰਟ ਕੀਤੀ ਸੀਗੀ, ਅਸੀਂ ਬੇਅੰਤ ਕੌਰ ਦੇ ਹੱਕ ਦੀ ਗੱਲ ਨਹੀਂ ਸਟਾਰਟ ਕੀਤੀ ਸੀ। ਅਸੀਂ ਉਸ ਕੁੜੀਆਂ ਦੇ ਹੱਕ ਦੀ ਗੱਲ ਕੀਤੀ ਸੀ ਜਿਹੜੇ ਲੋਕ ਕੁੜੀਆਂ ਨੂੰ ਮਾੜਾ ਕਹਿ ਰਹੇ ਸੀ। ਅਸੀਂ ਚਾਹੁੰਦੇ ਹਾਂ ਵੀ ਜੇਕਰ ਜਿੰਨਾ ਚਿਰ ਸਾਨੂੰ ਕਿਸੇ ਨੂੰ ਗੁਨੇਗਾਰ ਨਹੀਂ ਕੀਤਾ ਉਹਨਾਂ ਚਿਰ ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ। ਤੁਸੀਂ ਇੱਕ ਸਵਾਲ ਜਿਹੜਾ ਤੁਹਾਨੂੰ ਲੈ ਕੇ ਇਸ ਸਮੇਂ ਚਰਚਾ ਦੇ ਵਿੱਚ ਹੈ ਉਹ ਇਹ ਹੈ ਕਿ ਕੀ ਤੁਸੀਂ ਪੱਤਰਕਾਰ ਹੋ? ਬਿਲਕੁਲ ਮੈਮ। ਦੇਖੋ ਜੀ, ਅੱਜ ਦੇ ਟਾਈਮ ਦੇ ਵਿੱਚ ਲੋਕ ਕਹਿ ਦਿੰਦੇ ਆ ਵੀ ਜਿਹੜੀ ਆਰਗੇਨਾਈਜੇਸ਼ਨ ਦੇ ਵਿੱਚ ਬੰਦਾ ਅਟੈਚ ਨਹੀਂ ਹੈ ਉਹ ਪੱਤਰਕਾਰ ਨਹੀਂ ਹੋ ਸਕਦਾ ਜੀ। ਪਰ ਮੇਰੇ ਹਿਸਾਬ ਨਾਲ ਜਿਹੜਾ ਇੱਕ ਪੱਤਰਕਾਰ ਹੈ ਨਾ, ਉਹ ਪੱਤਰਕਾਰ ਖੁਦ ਇੱਕ ਆਰਗੇਨਾਈਜੇਸ਼ਨ ਹੈ ਜੀ। ਪੱਤਰਕਾਰ ਨੂੰ ਕਿਸੇ ਪੱਤਰਕਾਰਾਂ ਹੋਰਾਂ ਦੀ ਲੋੜ ਨਹੀਂ ਪੈਂਦੀ, ਕਿਉਂਕਿ ਪੱਤਰਕਾਰ ਖੁਦ ਹੀ ਇੱਕ ਐਡਾ ਵੱਡਾ ਆਪਣੇ ਆਪ ਤੇ ਇੱਕ ਨਾਮ ਆ। ਪ੍ਰੈਸ ਦਾ ਮੀਨਿੰਗ ਹੀ ਇੱਕ ਬਹੁਤ ਵੱਡਾ ਮੀਨਿੰਗ ਆ ਜੇ ਅਸੀਂ ਇਹਨੂੰ ਪ੍ਰੋਪਰ ਤਰੀਕੇ ਨਾਲ ਸਮਝੀਏ ਤਾਂ। ਤੁਹਾਨੂੰ ਕੁਝ ਲੋਕ ਧਮਕੀਆਂ ਦੇ ਰਹੇ ਨੇ, ਉਸ ਬਾਰੇ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹਨੀ ਹਾਂ ਕਿ ਕੀ ਤੁਸੀਂ ਲਵਪ੍ਰੀਤ ਨੂੰ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਨਿੱਜੀ ਤੌਰ ਤੇ ਜਾਣਦੇ ਹੋ? ਜੀ ਨਹੀਂ, ਮੈਂ ਨਾ ਤਾਂ ਲਵਪ੍ਰੀਤ ਨੂੰ ਨਿੱਜੀ ਤੌਰ ਤੇ ਜਾਣਦਾ ਤੇ ਨਾ ਹੀ ਮੈਂ ਬੇਅੰਤ ਕੌਰ ਦੀ ਫੈਮਿਲੀ ਨੂੰ ਨਿੱਜੀ ਤੌਰ ਤੇ ਜਾਣਦਾ। ਠੀਕ ਹੈ ਜੀ। ਤਾਂ ਫਿਰ ਇਹ ਚਾਚੇ ਵਾਲਾ ਸੀਨ ਕੀ ਸਾਹਮਣੇ ਆ ਰਿਹਾ? ਲਵਪ੍ਰੀਤ ਦੇ ਚਾਚਾ ਜੀ ਦੇ ਜਿਹੜੇ ਹਰਵਿੰਦਰ ਸਿੰਘ ਜੀ ਨੇ ਤੁਹਾਨੂੰ ਧਮਕੀਆਂ ਦੇ ਰਹੇ ਨੇ, ਤੁਸੀਂ ਇਸ ਗੱਲ ਦਾ ਦਾਅਵਾ ਕਰ ਰਹੇ ਹੋ, ਕਿਉਂ ਤੁਹਾਨੂੰ ਧਮਕੀਆਂ ਦੇ ਰਹੇ ਨੇ? ਐਕਚੁਅਲੀ ਦੇਖੋ ਜੀ, ਪੱਤਰਕਾਰਤਾ ਦਾ ਪਹਿਲਾਂ ਤਾਂ ਆਪਾਂ ਮੀਨਿੰਗ ਸਮਝੀਏ। ਪੱਤਰਕਾਰਤਾ ਦਾ ਜਿਹੜਾ ਪੱਤਰਕਾਰ ਹੈ ਉਹਦਾ ਕੰਮ ਕੀ ਆ, ਫੀਲਡ ਵਿੱਚ ਕੰਮ ਕਿਵੇਂ ਕਰਨਾ। ਪੱਤਰਕਾਰ ਦਾ ਮਤਲਬ ਹੁੰਦਾ ਜੀ ਸਾਡੇ ਕੋਲ ਹੱਥ 'ਚ ਮਾਈਕ ਫੜਿਆ ਨਾ, ਅਸੀਂ ਸਵਾਲ ਕਰਨੇ ਨੇ। ਸਾਡਾ ਕੰਮ ਸਵਾਲ ਕਰਨਾ। ਜੇ ਅਸੀਂ ਸਵਾਲ ਹੀ ਆਪਣੇ ਨਹੀਂ ਚੁੱਕਾਂਗੇ ਤੇ ਮੋਹਰਲੇ ਬੰਦੇ ਨੂੰ ਤਾਂ ਲੱਗਦਾ ਵੀ ਯਾਰ ਪੱਤਰਕਾਰੀ ਨਹੀਂ। ਇਹਨਾਂ ਦੀ ਜਿੰਨੀਆਂ ਵੀ ਅੱਜ ਤੱਕ ਵੀਡੀਓ ਬਣੀਆਂ ਨੇ, ਕਿਸੇ ਪੱਤਰਕਾਰ ਨੇ ਪ੍ਰੋਪਰ ਸਵਾਲ ਨਹੀਂ ਗੱਲ ਕੀਤੀ ਵੀ ਜੇਕਰ ਲਵਪ੍ਰੀਤ ਨਾਲ ਇਹ ਕੁਝ ਹੋਇਆ, ਤੁਸੀਂ ਪਹਿਲਾਂ ਜਦੋਂ ਲਵਪ੍ਰੀਤ ਨੇ ਨੋਟਿਸ ਲਿਖਿਆ ਸੀ, ਸੁਸਾਈਡ ਨੋਟ ਲਿਖਿਆ ਸੀ, ਉਦੋਂ ਤੁਸੀਂ ਕਿੱਥੇ ਸੀ? ਉਦੋਂ ਤੁਸੀਂ ਉਹਦੇ ਉੱਤੇ ਗੌਰ ਕਿਉਂ ਨਹੀਂ ਕਰਨਾ ਸ਼ੁਰੂ ਕੀਤਾ? ਆਪਣੇ ਘਰਾਂ ਦੇ ਵਿੱਚ, ਫੈਮਿਲੀ ਦੇ ਵਿੱਚ ਜਦੋਂ ਵੀ ਨਿੱਕੀ ਦੀ ਗੱਲ ਹੁੰਦੀ ਆ, ਅਸੀਂ ਆਪਣੇ ਬੱਚਿਆਂ ਨੂੰ ਡਾਂਟਣਾ ਸ਼ੁਰੂ ਕਰ ਦਿੰਦੇ ਹਾਂ, ਬੱਚਿਆਂ ਦੇ ਉੱਤੇ ਗੌਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪਰ ਇਸ ਜਗ੍ਹਾ ਦੇ ਉੱਤੇ ਉਹ ਚੀਜ਼ ਨਹੀਂ ਹੋਈ। ਹੌਲੀ ਚੀਜ਼ ਨੂੰ ਬਦਲਣ ਲੱਗ ਗਿਆ। ਇਹ ਜਿਹੜੀ ਮੌਤ ਹੋਈ ਆ, ਇਹ ਮੈਂ ਸੁਸਾਈਡ ਨਹੀਂ ਕਹਿੰਦਾ, ਇਹ ਮੌਤ ਕਹਿੰਦਾ, ਕਿਉਂਕਿ ਜਦੋਂ ਅਸਲ ਕਾਰਨਾਂ ਦਾ ਪਤਾ ਲੱਗੂ ਫਿਰ ਆਪਾਂ ਕਹਾਂਗੇ ਵੀ ਇਹ ਸੁਸਾਈਡ ਸੀ ਜਾਂ ਕੀ ਸੀ। ਜੀ, ਮੇਰਾ ਸਵਾਲ ਇਹ ਸੀ ਕਿ ਤੁਹਾਨੂੰ ਚਾਚਾ ਜੀ ਜਿਹੜੇ ਉਸਦੇ ਲਵਪ੍ਰੀਤ ਦੇ ਨੇ ਉਹ ਧਮਕੀਆਂ ਕਿਉਂ ਦੇ ਰਹੇ ਨੇ? ਜੀ ਆਬਵੀਅਸਲੀ ਜੀ, ਐਕਚੁਅਲੀ ਚੱਕਰ ਇਹ ਵੀ ਮੇਰੇ ਕੁਝ ਸਵਾਲ ਸੀਗੇ। ਮੇਰੇ ਸਵਾਲ ਸੀ, ਸਵਾਲਾਂ ਦੇ ਨਾਲ ਕੀ ਸੀ? ਸਭ ਤੋਂ ਪਹਿਲਾਂ ਤਾਂ ਜਿੱਦਣ ਇਹਨਾਂ ਨੇ ਇੱਕ ਮੀਡੀਆ ਦੇ ਵਿੱਚ ਬੋਲਿਆ ਸੀ ਵੀ ਮੇਰੀ ਵਾਈਫ ਜੇ ਕਿਸੇ ਨਾਲ ਮੋਢੇ ਤੇ ਹੱਥ ਰੱਖ ਕੇ ਫੋਟੋ ਖਿਚਾਵੇ ਤੇ ਮੇਰੀ ਇੰਨੀ ਕਣਕ ਹੈਗੀ, ਮੈਂ ਉਹਨੂੰ ਪੁੱਛਾਂ ਵੀ ਤੁਸੀਂ ਇਹ ਫੋਟੋ ਕਿਉਂ ਕਰਾਈ ਹੈ? ਠੀਕ ਹੈ ਜੀ, ਆਪਣੇ ਆਪ ਨੂੰ ਅਣਖੀ ਗੱਲ ਕਰਦੇ ਆ। ਪਰ ਜਦੋਂ ਉਹਨਾਂ ਦੀ ਨੂੰਹ ਬੇਅੰਤ ਕੌਰ ਦੇ ਬਾਰੇ ਇਹ ਗੱਲ ਹੁੰਦੀ ਆ, ਗੁਰਿੰਦਰ ਪੱਟੀ ਘਰ ਜਾ ਕੇ ਗੱਲ ਪੁੱਛਦਾ ਵੀ ਮੈਂ ਤੁਹਾਡੇ ਕੋਲ ਨੰਗਾ ਸਵਾਲ ਪੁੱਛ ਰਿਹਾ ਵੀ ਤੁਹਾਡੀ ਨੂੰਹ ਦਾ ਰਿਲੇਸ਼ਨ ਤੁਹਾਡੇ ਮੁੰਡੇ ਨਾਲ ਸੀ ਕਿ ਨਹੀਂ ਸੀ? ਕੀ ਉਹ ਲੱਗਦਾ ਵਾਜਿਬ ਸੀ ਸਵਾਲ ਵੀ ਕੋਈ ਤੀਜਾ ਬੰਦਾ ਤੁਹਾਡੀ ਨੂੰਹ ਦੇ ਬਾਰੇ ਉਂਗਲ ਕਰਦਾ ਤੇ ਤੁਸੀਂ ਚੁੱਪ ਕਰਕੇ ਬੈਠ ਚੁੱਕੇ? ਤੇ ਜਦੋਂ ਆਪਣਾ ਜਿਹੜਾ ਇਹਨਾਂ ਦਾ ਵਕੀਲ ਸੀਗਾ, ਆਪਣਾ ਕੀ ਨਾਮ ਸੀ ਉਹਨਾਂ ਦਾ, ਸੁਨੀਲ ਮੱਲਨ ਇਹ ਗੱਲ ਕਹਿੰਦੇ ਆ ਵੀ ਕੁੜੀਆਂ ਨੂੰ, ਜੇਕਰ ਕੁੜੀਆਂ ਨੇ ਇਹੀ ਕੰਮ ਕਰਨੇ ਤਾਂ ਕੁੜੀਆਂ ਨੂੰ ਕੋਠੇ ਤੇ ਬਹਿ ਜਾਣਾ ਚਾਹੀਦਾ, ਧੰਦਾ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ। ਵੀ ਤੁਸੀਂ ਦੱਸੋ, ਤੁਸੀਂ ਆਪ ਇੱਕ ਜਰਨਲਿਸਟ ਹੋ, ਤੁਸੀਂ ਕੁੜੀ ਹੋ, ਤੇ ਕੀ ਤੁਹਾਨੂੰ ਲੱਗਦਾ ਵੀ ਇਹ ਸ਼ਬਦ ਕਹਿਣੇ ਕਿ ਠੀਕ ਸੀ? ਜਿੱਦਾਂ ਇਹ ਚਾਚਾ ਉਸ ਟਾਈਮ ਕਿੱਥੇ ਸੀ ਜਿਸ ਸਮੇਂ ਗੱਲਾਂ ਆਈਆਂ ਸੀ ਬਾਅਦ ਵੀ ਕਿਸੇ ਦੀ ਧੀ ਭੈਣ ਦੇ ਬਾਰੇ ਅਸੀਂ ਗੱਲਾਂ ਕਰ ਰਹੇ ਹਾਂ? ਉਸ ਟਾਈਮ ਇੱਕ ਕੁੜੀ ਦੇ ਬਾਰੇ ਗੱਲ ਹੋ ਰਹੀ ਸੀ। ਉਸ ਟਾਈਮ ਘੱਟੋ ਘੱਟ ਹਜ਼ਾਰਾਂ ਕੁੜੀਆਂ ਨੂੰ ਲੋਕਾਂ ਨੇ ਮਾੜਾ ਕਹਿਣਾ ਸ਼ੁਰੂ ਕਰਤਾ, ਜਿਹੜੀਆਂ ਕੁੜੀਆਂ ਦੇ ਨਾਲ ਇਹ ਕੁੜੀਆਂ ਨੇ ਕੁਝ ਕੀਤਾ ਵੀ ਨਹੀਂ ਸੀ ਅਜੇ ਤੱਕ। ਪਰ ਉਹ ਕੁੜੀਆਂ ਦੇ ਲਈ ਹੱਕ 'ਚ ਕੋਈ ਨਹੀਂ ਖੜਾ ਜਿਹੜੀਆਂ ਕੁੜੀਆਂ 1990 ਤੋਂ ਲੈ ਕੇ ਵਿਆਹੀਆਂ ਪੰਜਾਬ 'ਚ ਗਈਆਂ ਨੇ, ਪੰਜਾਬ 'ਚ ਰਹਿ ਗਈਆਂ, ਲਾੜੇ ਜਿਹੜੇ ਬਾਹਰ ਚਲੇ ਗਏ, ਉਹਨਾਂ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਅਸਲ ਜਦੋਂ ਅਸੀਂ ਚਾਚੇ ਦੇ ਸਵਾਲ ਚੱਕਣੇ ਸ਼ੁਰੂ ਕੀਤੇ ਆ, ਚਾਚੇ ਨੂੰ ਇਹ ਲੱਗਿਆ ਵੀ ਅੱਜ ਸਵਾਲ ਸ਼ੁਰੂ ਹੋ ਗਿਆ ਕਰਨੇ ਵੀ ਸ਼ਾਇਦ ਉਹ ਇਸ ਕਰ ਲਓ, ਸਾਡੇ ਸਵਾਲ ਤੇ ਗੱਲ ਹੀ ਨਹੀਂ ਕਰਦਾ। ਮੈਂ ਜਿੱਦਣ ਮੇਰੇ ਕੋਲ ਰਿਕਾਰਡਿੰਗ ਆਉਂਦੀ ਆ ਧਮਕੀਆਂ ਦੀ, ਮੈਂ ਕਾਲ ਕੀਤੀ, ਸਪੈਸ਼ਲ ਕਾਲ ਕਰਕੇ ਮੈਂ ਗੱਲ ਕਰਨਾ ਚਾਹਿਆ ਵੀ ਚਲੋ ਮੈਂ ਤੁਹਾਨੂੰ ਗੱਲ ਕਰਾਂ ਵੀ ਇਸ ਦੀ ਰਿਕਾਰਡਿੰਗ ਦੀ ਸੱਚਾਈ ਕੀ ਆ। ਮੈਂ ਕਾਲ ਕੀਤੀ, ਕਾਲ ਕੱਟਦੀ, ਸੈਕਿੰਡ ਚੱਕਿਆ ਨਹੀਂ, ਤੀਸਰੀ ਵਾਰੀ ਲਾਇਆ, ਕਾਲ ਨਹੀਂ ਚੱਕੀ। ਜੇ ਤੁਸੀਂ ਡਰਦੇ ਨਹੀਂ ਤਾਂ ਤੁਹਾਨੂੰ ਕੋਈ ਡਰ ਨਹੀਂ ਹੈ, ਕਿਉਂਕਿ ਅਸੀਂ ਸਵਾਲ ਕਰਦੇ ਹਾਂ ਜੀ, ਸਾਡਾ ਕੰਮ ਸਵਾਲ ਕਰਨਾ। ਜੇ ਅਸੀਂ ਸਵਾਲ ਹੀ ਨਹੀਂ ਕਰਾਂਗੇ
ਤੇ ਸੋ ਲੋਕਾਂ ਨੂੰ ਕੀ ਪਤਾ ਲੱਗੂ ਸੱਚਾਈ ਕੀ ਹੈ ਤੇ ਝੂਠਾ ਕੀ ਹੈ। ਤੇ ਉਸੇ ਚੀਜ਼ ਨੂੰ ਲੈ ਕੇ ਇਹ ਹੁਣ ਇਲਜ਼ਾਮ ਲਾਉਂਦੇ ਨੇ ਵੀ ਇਹ ਤਾਂ ਪੱਤਰਕਾਰੀ ਹੈ ਨਹੀਂ, ਇਹ ਤਾਂ ਚੈਨਲ ਹੀ ਹੈ ਨਹੀਂ, ਇਹ ਤਾਂ ਫਲਾਣਾ ਨਹੀਂ। ਠੀਕ ਹੈ ਜੀ, ਤੁਸੀਂ ਆਪਣੀ ਕਾਰਵਾਈ ਕਰੋ, ਅਸੀਂ ਆਪਣੀ ਕਾਰਵਾਈ ਕਰਦੇ ਹਾਂ। ਬਿਲਕੁਲ। ਇਹਦੇ ਵਿੱਚ ਦੋ ਪੱਖ ਦੇਖੇ ਜਾ ਸਕਦੇ ਨੇ। ਫੋਨ ਨਾ ਚੱਕਣਾ, ਹੋ ਸਕਦਾ ਹੈ ਕਿ ਬੰਦਾ ਕਿਤੇ ਬਿਜ਼ੀ ਹੋਵੇ ਜਾਂ ਫਿਰ ਉਹ ਗੱਲ ਨਾ ਕਰਨਾ ਚਾਹੁੰਦਾ ਹੋਵੇ, ਸਿੱਧੀ ਜਿਹੀ ਗੱਲ ਇਹ ਹੈ। ਦੂਸਰੇ ਪਾਸੇ ਤੁਸੀਂ ਕਿਹਾ ਕਿ ਤੁਸੀਂ ਆਪਣਾ ਕੰਮ ਕਰਨਾ, ਬਿਲਕੁਲ ਤੁਸੀਂ ਆਪਣਾ ਕੰਮ ਕਰਨਾ, ਨਾ ਤਾਂ ਦਾਇਰੇ ਦੇ ਵਿੱਚੋਂ ਤੁਸੀਂ ਬਾਹਰ ਜਾ ਸਕਦੇ ਹੋ, ਨਾ ਹੀ ਕਿਤੇ ਅਜਿਹੀ ਸ਼ਬਦਾਵਲੀ ਜੋ ਤੁਸੀਂ ਵਰਤੀ ਹੈ ਕੋਠੇ ਵਾਲੀ ਅਜਿਹੀ ਨਹੀਂ ਵਰਤਣੀ ਚਾਹੀਦੀ, ਉਹ ਵੀ ਬਿਲਕੁਲ ਸਰਾਸਰ ਗਲਤ ਹੈ। ਤਾਂ ਧਮਕੀਆਂ ਤੁਹਾਨੂੰ ਕੀ ਮਿਲ ਰਹੀਆਂ ਨੇ ਕਿਉਂਕਿ ਤੁਸੀਂ ਉਹਨਾਂ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਨੇ? ਜੀ ਬਿਲਕੁਲ ਜੀ, ਉਹ ਜਿਹੜੀ ਵੀਡੀਓ ਸੀਗੀ, ਉਸ ਵੀਡੀਓ ਦੇ ਵਿੱਚ ਅਸੀਂ ਜਦੋਂ ਇਹਨਾਂ ਨੇ ਧਰਨੇ ਦੀ ਗੱਲ ਕੀਤੀ ਹੋਈ ਸੀ ਕਿ ਅਸੀਂ ਧਰਨੇ ਲਾਉਣੇ ਸ਼ੁਰੂ ਕਰ ਰਹੇ ਹਾਂ, ਠੀਕ ਹੈ ਜੀ, ਇੱਕ ਪੈਲੇਸ ਦੇ ਵਿੱਚ ਜਿੱਥੇ ਟੈਂਟ ਲੱਗੇ ਹੋਏ ਨੇ, ਉੱਥੇ ਤੁਸੀਂ ਧਰਨੇ ਵਾਸਤੇ ਖੜੇ ਹੋ, ਠੀਕ ਹੈ ਜੀ। ਕਿਸਾਨ ਸੁਸਾਈਡ ਕਰਦਾ ਪੰਜਾਬ ਦੇ ਵਿੱਚ, ਇੱਕ ਗੱਲ ਕਲੀਅਰ ਸੁਣ ਲਿਓ ਜੀ, ਜਦੋਂ ਪੰਜਾਬ 'ਚ ਕਿਸਾਨ ਸੁਸਾਈਡ ਕਰਦਾ ਆ, ਬੈਂਕ ਦੇ ਕਰਜ਼ੇ ਦੇ ਥੱਲੇ ਡੁੱਬ ਕੇ ਮਰਦਾ ਆ, ਉਸ ਟਾਈਮ ਕੋਈ ਵੀ ਕਿਸਾਨ ਜਥੇਬੰਦੀ, ਕੋਈ ਵੀ ਕਿਸਾਨ ਲੀਡਰ ਉਹ ਕਿਸਾਨਾਂ ਦੇ ਹੱਕ 'ਚ ਖੜ ਕੇ ਉਹਦੇ ਕਰਜ਼ੇ ਮਾਫ ਕਰਾਉਣ ਤੱਕ, ਜਾਂ ਉਹ ਜਿਹੜੇ ਬੈਂਕਾਂ ਵਾਲੇ ਮੁਲਾਜ਼ਮ ਨੇ ਜਾਂ ਬੈਂਕਾਂ ਵਾਲੇ ਮੈਨੇਜਰ ਆ, ਉਦੋਂ ਤੱਕ ਕੋਈ ਵੀ ਬੰਦਾ ਕਾਰਵਾਈ ਕਰਾਉਣ ਵਾਸਤੇ ਧਰਨੇ ਪ੍ਰਦਰਸ਼ਨ ਨਹੀਂ ਕਰਦਾ, ਠੀਕ ਹੈ ਜੀ। ਅੱਜ ਇੱਕ ਮੌਤ ਹੋ ਜਾਂਦੀ ਹੈ, ਲਾਡੀ ਦੀ ਮੌਤ ਹੋ ਜਾਂਦੀ, ਜਿਹਦੇ ਨਾਲ ਅਸੀਂ ਧਰਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੇ ਹਾਂ, ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੰਦੇ ਹਾਂ, ਅਸੀਂ ਇਮੋਸ਼ਨਲੀ ਲੋਕਾਂ ਨੂੰ ਅਸੀਂ ਅਟੈਚਮੈਂਟ ਕਰਨੀ ਸ਼ੁਰੂ ਕਰ ਦਿੰਦੇ ਹਾਂ ਵੀ ਹਾਂ ਵੀ ਸਾਡੇ ਨਾਲ ਬਹੁਤ ਧੱਕਾ ਹੋ ਗਿਆ, ਸਾਡੇ ਨਾਲ ਬਹੁਤ ਮਾੜਾ ਹੋ ਗਿਆ। ਮੈਨੂੰ ਇਹ ਗੱਲ ਦਾ ਜਵਾਬ ਦਿਓ ਜੀ, ਪੰਜਾਬ ਦੇ ਵਿੱਚ ਪਹਿਲੀ ਖੁਦਕੁਸ਼ੀ ਹੈ ਜੀ ਇਹ, ਕਿ ਜਾਂ ਪਹਿਲਾਂ ਵੀ ਹੋ ਚੁੱਕੀਆਂ ਨੇ? ਖੁਸ਼ੀ ਦਾ ਆਪਾਂ ਨਾਮ ਨਹੀਂ ਦੇ ਸਕਦੇ ਫਿਲਹਾਲ ਇਹਨੂੰ। ਚਲੋ ਆਪਾਂ ਗੱਲ ਕਰਦੇ ਹਾਂ ਖੁਦਕੁਸ਼ੀ, ਕਹਿੰਦੇ ਆਪਾਂ ਤਾਂ ਗੱਲ ਕਲੀਅਰ ਕਰ ਸਕਦੇ ਵੀ ਪਹਿਲੀ ਖੁਦਕੁਸ਼ੀ ਨਹੀਂ ਹੈਗੀ, ਜੇ ਹੋਊਗੀ ਤਾਂ ਨਾ ਹੀ ਪਹਿਲੀ ਮੌਤ ਆ ਪੰਜਾਬ ਦੇ ਵਿੱਚ, ਜਿੱਥੇ ਅਸੀਂ ਐਡਾ ਵੱਡਾ ਅਸੀਂ ਉਸ ਚੀਜ਼ ਨੂੰ ਕਰਦੇ ਹਾਂ ਜੀ। ਤੇ ਦੂਸਰੀ ਗੱਲ ਤੁਸੀਂ ਕਹਿੰਦੇ ਵੀ ਚਾਚੇ ਨੂੰ ਅਸੀਂ ਉਸ ਚੀਜ਼ ਦੇ ਵਿੱਚ ਕਿਉਂ ਕੀਤਾ। ਅਸੀਂ ਜਿੱਦਣ ਸਾਡੇ ਕੋਲ ਇੱਕ ਕਾਲ ਆਉਂਦੀ ਆ ਵੀ ਅਸੀਂ ਲਵਪ੍ਰੀਤ ਦੀ ਫੈਮਿਲੀ ਦੀ ਹੈਲਪ ਕਰਨਾ ਚਾਹੁੰਦੇ ਹਾਂ, ਅਸੀਂ ਫੰਡ ਰਾਹੀਂ ਹੈਲਪ ਕਰਨਾ ਚਾਹੁੰਦੇ ਹਾਂ, ਮੈਂ ਉਹਨਾਂ ਦੇ ਚਾਚੇ ਨੂੰ ਫੋਨ ਸਪੈਸ਼ਲੀ ਕੀਤਾ ਵੀ ਚਾਚਾ ਜੀ ਤੁਹਾਨੂੰ ਕੁਝ ਲੋਕ ਹੈਲਪ ਕਰਨਾ ਚਾਹੁੰਦੇ ਨੇ, ਉਹ ਅਕਾਊਂਟ ਕਿਹੜੇ 'ਚ ਪੇਮੈਂਟ ਪਾਉਣ। ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਵੀ ਉਹ ਜਿਹੜੀ ਪੇਮੈਂਟ ਪਾਉਣੀ ਹੈ, ਮੇਰੀ ਇੱਕ ਸਿਸਟਰ ਨੇ ਅਮਰੀਕਾ ਦੇ ਵਿੱਚ, ਉਹਨਾਂ ਨੇ ਇੱਕ ਗੋ ਫੰਡ ਚਲਾਇਆ ਹੋਇਆ ਜੀ, ਉਹਦੇ ਵਿੱਚ ਤੁਸੀਂ ਪੈਸੇ ਟ੍ਰਾਂਸਫਰ ਕਰ ਦਿਓ। ਜੇ ਤੁਸੀਂ ਗੋ ਫੰਡ ਚਲਾਉਣਾ ਆ, ਜੇ ਤੁਸੀਂ ਪੈਸਾ ਇਕੱਠਾ ਕਰਨਾ ਆ, ਉਹ ਤੁਸੀਂ ਲਵਪ੍ਰੀਤ ਦੇ ਫਾਦਰ ਦੇ ਨਾਂ ਤੇ ਕਿਉਂ ਨਹੀਂ ਕਰਦੇ, ਲਵਪ੍ਰੀਤ ਦੀ ਮਦਰ ਦੇ ਨਾਂ ਤੇ ਕਿਉਂ ਨਹੀਂ ਕਰਦੇ? ਤੁਸੀਂ ਤੀਸਰਾ ਚਾਚਾ ਜਿਹੜਾ ਹੈਗਾ, ਚਾਚਾ ਹੀ ਇਨਵੋਲਵਮੈਂਟ ਕਿਉਂ ਕਰ ਰਿਹਾ ਉਸ ਚੀਜ਼ ਦੇ ਵਿੱਚ? ਮੇਰਾ ਸਵਾਲ ਸਿੱਧਾ ਸਿੰਪਲ ਤੇ ਸਪਸ਼ਟ ਸੀ, ਜੇ ਮੈਂ ਕੋਈ ਪੈਸਾ ਪੇ ਕਰਨਾ, ਮੈਂ ਜੇ ਤੁਹਾਨੂੰ ਪੈਸਾ ਦੇਣਾ ਕੁਝ ਵੀ, ਤੇ ਮੈਂ ਤੀਸਰੇ ਬੰਦੇ ਥਰੂ ਤੁਹਾਨੂੰ ਥੋੜੀ ਦਊਂਗਾ ਜੀ, ਮੈਂ ਡਾਇਰੈਕਟ ਤੁਹਾਨੂੰ ਤੁਹਾਡੇ ਅਕਾਊਂਟ 'ਚ ਪਾਉਂਗਾ। ਠੀਕ ਹੈ ਜੀ। ਮੇਰਾ ਸਵਾਲ ਇਹ ਸੀਗਾ ਕਿ ਆਪਾਂ ਕਿਸੇ ਹੋਰ ਦੀ ਸ਼ਬਦਾਵਲੀ ਤੇ ਸਵਾਲ ਚੁੱਕ ਰਹੇ ਹਾਂ ਕਿ ਉਹ ਇੰਨਾ ਗੰਦਾ ਅਤੇ ਗਲਤ ਕਿਵੇਂ ਬੋਲ ਸਕਦੇ ਨੇ, ਦਾਇਰੇ ਤੋਂ ਬਾਹਰ ਜਾ ਕੇ ਕਿਵੇਂ ਬੋਲ ਸਕਦੇ ਨੇ। ਜੀ ਬਿਲਕੁਲ ਮੈਮ, ਦੇਖੋ ਜੀ, ਜੇਕਰ ਚਾਚਾ ਕਿਸੇ ਦੀ ਧੀ ਭੈਣ ਦੇ ਉੱਤੇ ਸਵਾਲ ਚੱਕ ਸਕਦਾ ਆ, ਚਾਚਾ ਕਿਸੇ ਦੀ ਧੀ ਭੈਣ ਦੀ ਇੱਜ਼ਤ ਦੇ ਉੱਤੇ ਗੱਲ ਕਰ ਸਕਦਾ, ਤਾਂ ਸ਼ਾਇਦ ਮੈਨੂੰ ਲੱਗਦਾ ਇਹ ਸਾਡੇ ਦਾਇਰੇ ਵਿੱਚ ਚੀਜ਼ ਹੈਗੀ ਆ, ਅਸੀਂ ਉਸ ਚੀਜ਼ ਨੂੰ ਅਸੀਂ ਜੱਗ ਜ਼ਾਹਰ ਕਰ ਸਕਦੇ ਹਾਂ ਜੀ। ਜਦੋਂ ਇੱਕ ਚੀਜ਼ ਅਸੀਂ ਸਵਾਲ ਕਰ ਰਹੇ ਹਾਂ, ਜਦੋਂ ਅਸੀਂ ਉਹਨਾਂ ਨੂੰ ਸਵਾਲ ਕਰਨ ਦੀ ਗੱਲ ਕਰਦੇ ਹਾਂ ਵੀ ਹਾਂ ਵੀ ਉਹ ਪੈਸਾ ਕਿੱਥੇ ਪਾਉਣਾ ਸੀ, ਠੀਕ ਹੈ ਜੀ, ਹੁਣ ਤੁਸੀਂ ਸਮਝ ਲੈਣਾ ਇਹ ਚੀਜ਼ ਵੀ ਉਹਦੀ ਕਰਤੂਤ ਦਾ ਕੀ ਸਿਸਟਮ ਗੱਲ ਕਰ ਰਹੇ ਹਾਂ। ਜਦੋਂ ਕੋਈ ਬੰਦਾ ਉਹਦੇ ਅਕਾਊਂਟ 'ਚ ਪੇਮੈਂਟ ਪਾਉਣ ਨੂੰ ਗੱਲ ਕਰ ਰਿਹਾ, ਉਹ ਕਹਿੰਦਾ ਮੇਰੀ ਭੈਣ ਦੇ ਅਕਾਊਂਟ 'ਚ ਪੇਮੈਂਟ ਪਾ ਦਿਓ, ਸਿੱਧੀ ਤੇ ਸਿੱਧੀ ਸਪਸ਼ਟ, ਉਹ ਇੱਕ ਕਰਤੂਤ ਹੀ ਹੋ ਗਈ। ਅਸੀਂ ਪੈਸਾ ਇਕੱਠਾ ਕਰ ਰਹੇ ਹਾਂ, ਅਸੀਂ ਜਿਹੜੇ ਰਾਈਟ ਵੇ ਨਹੀਂ ਚਾਹੁੰਦੇ, ਅਸੀਂ ਹੋਰ ਘੁਮਾ ਕੇ ਅਸੀਂ ਚੀਜ਼ਾਂ ਨੂੰ ਲੈ ਕੇ ਆਉਣਾ ਚਾਹੁੰਦੇ ਹਾਂ ਜੀ। ਚਲੋ ਠੀਕ ਹੈ ਜੀ, ਇਹ ਗੱਲ ਆਪਾਂ ਇੱਥੇ ਛੱਡਦੇ ਹਾਂ। ਪਰ ਦੂਸਰਾ ਤੁਸੀਂ ਇੱਥੇ ਕਿਹਾ ਸੀਗਾ ਕਿ ਕੋਈ ਕਿਸਾਨ ਜਥੇਬੰਦੀ ਅੱਗੇ ਨਹੀਂ ਆਉਂਦੀ, ਇਹ ਵੀ ਸਰਾਸਰ ਗਲਤ ਹੈ। ਜਦੋਂ ਕਿ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ, ਕਿਸੇ ਦੇ ਨਾਲ ਬੁਰਾ ਹੋ ਰਿਹਾ, ਤਾਂ ਐਡਾ ਵੱਡਾ ਕਿਸਾਨ ਅੰਦੋਲਨ, ਉਹਦੇ ਵਿੱਚ ਸਾਰੇ ਕਿਸਾਨ ਹੀ ਬੈਠੇ ਨੇ, ਇਸ ਕਰਕੇ ਹੀ ਬੈਠੇ ਨੇ ਕਿਉਂਕਿ ਸਾਥ ਮਿਲ ਰਿਹਾ ਹੈ। ਮੈਂ ਤੁਹਾਨੂੰ ਹੁਣ ਉਹੀ ਗੱਲ, ਜਿਹੜੇ ਧਰਨੇ ਹੋ ਰਹੇ ਨੇ ਨਾ, ਕਿਸਾਨ ਪ੍ਰਦਰਸ਼ਨ ਜਿਹੜੇ ਹੋ ਰਹੇ ਨੇ, ਉਹ ਸਾਡੇ ਜਿਹੜੇ 3 ਕਾਨੂੰਨ ਸੀ ਜਿਹੜੇ ਸਾਡੇ ਤੇ ਲਾਗੂ ਹੋਏ ਸੀ, ਉਹਨਾਂ ਵਾਸਤੇ ਹੋ ਰਹੇ ਨੇ। ਅੱਜ ਤੱਕ ਤੁਸੀਂ ਇੱਕ ਚੀਜ਼ ਦੇਖੀ, ਨਾਲੇ ਦੇ ਵਿੱਚ ਮੇਰੇ ਕੋਲ ਇੱਕ ਲਿਸਟ ਪਈ ਹੋਈ ਹੈ ਜੀ, ਜਿਹਦੇ ਵਿੱਚ ਕਿਸਾਨਾਂ ਦੇ ਨਾਮ ਲਿਖੇ ਹੋਏ ਨੇ, ਜਿਨ੍ਹਾਂ ਦੇ ਕਿੰਨਾ ਕਰਜ਼ਾ ਸੀਗਾ ਜੀ। ਉਹ ਕਰਜ਼ੇ ਦੇ ਲਈ ਉਹਨਾਂ ਦੀ ਫੈਮਲੀਆਂ ਨੂੰ ਮਿਲਿਆ ਗਿਆ ਵੀ ਤੁਹਾਡੀ ਕੋਈ ਫੈਮਲੀ ਦੀ ਕੋਈ ਹੈਲਪ ਕੋਈ ਕਿਸੇ ਜਥੇਬੰਦੀ ਨੇ ਕੀਤੀ ਆ, ਉਹਦੇ ਵਿੱਚ ਉਹ ਕਹਿੰਦੇ ਕਿ ਸਾਡੇ ਨਾਲ ਕੋਈ ਵੀ ਅੱਗੇ ਨਹੀਂ ਖੜਦਾ। ਜੇ ਸਾਡੇ ਕਿਸਾਨ ਬਾਰਡਰਾਂ ਦੇ ਉੱਪਰ ਬੈਠੇ ਨਾ, ਉਹ ਸਿਰਫ ਆਪਣੇ 3 ਕਾਨੂੰਨਾਂ ਦੇ ਕਾਰਨ ਬੈਠੇ ਨੇ, ਆਪਣੇ ਕਾਨੂੰਨ ਰੱਦ ਕਰਵਾਉਣ ਵਾਸਤੇ ਬੈਠੇ, ਤਾਂ ਜੋ ਸਾਡੇ ਪੰਜਾਬ ਦੇ ਵਿੱਚ ਅੱਗੇ ਸੁਸਾਈਡ ਨਾ ਹੋ ਸਕਣ। ਆਪਾਂ ਗੱਲ ਕਰ, ਤੁਸੀਂ ਜ਼ਿਕਰ ਕੀਤਾ ਕਿ ਮੋਢੇ ਤੇ ਹੱਥ ਰੱਖ ਕੇ ਫੋਟੋ ਖਿਚਾਈ ਹੋਈ ਸੀਗੀ ਜੀ, ਉਸ ਫੋਟੋ ਦੇ ਬਾਰੇ ਤੁਹਾਡਾ ਕੀ ਕਹਿਣਾ? ਮੈਮ ਆਪਾਂ 2021 ਵਿੱਚ ਜੀ ਰਹੇ ਹਾਂ ਜੀ, ਠੀਕ ਹੈ ਜੀ। ਅਸੀਂ ਆਪਣੇ ਆਪ ਨੂੰ ਮਾਡਰਨ ਸਮਝਦੇ ਹਾਂ ਜੀ, ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਵੀ ਅਸੀਂ ਕੈਨੇਡਾ ਦਾ ਜਿਹੜਾ ਕਲਚਰ ਅਸੀਂ ਉਹ ਬਣਾਉਣਾ ਚਾਹੁੰਦੇ ਹਾਂ, ਅਮਰੀਕਾ ਦਾ ਕਲਚਰ ਬਣਾਉਣਾ ਚਾਹੁੰਦੇ ਹਾਂ। ਤੁਸੀਂ ਕਿਤੇ ਵਿਆਹਾਂ ਦੇ ਵਿੱਚ ਜਾਂਦੇ ਹੋ, ਤੁਸੀਂ ਤੁਹਾਡੇ ਕੁਲੀਗ ਹੁੰਦੇ ਨੇ, ਮੇਰੇ ਕੁਲੀਗ ਹੁੰਦੇ ਨੇ, ਅਸੀਂ ਜੇ ਆਪਸ ਵਿੱਚ ਬੈਠ ਕੇ ਕਿਸੇ ਆਪਣਾ ਫਰੈਂਡ ਸਰਕਲ ਦੇ ਵਿੱਚ ਜਾਂ ਕਿਤੇ ਵੀ ਅਸੀਂ ਧੀ ਭੈਣ ਨਾਲ, ਆਪਣੀ ਭੈਣਾਂ ਦੇ ਨਾਲ ਅਸੀਂ ਕਿਤੇ ਫੋਟੋ ਖਿਚਾ ਲੈਂਦੇ,
ਕੋਈ ਕਾਨੂੰਨ ਅਪਰਾਧ ਨਹੀਂ ਹੈ। ਇਹ ਜਿਹੜੀ ਫੋਟੋ ਕਰਾਈ ਗਈ ਹੈ, ਜੇ ਕਿਤੇ ਫੋਟੋ ਖਿੱਚੀ ਵੀ ਗਈ ਉਹ ਅਸੀਂ ਗਲਤ ਨਹੀਂ ਬਣ ਸਕਦੀ। ਦੀ ਹੀ ਹੈ, ਪਹਿਲਾਂ ਇਹ ਮੰਨ ਰਹੀ ਹੋ ਕਿ ਉਹ ਫੋਟੋ ਬੇਅੰਤ ਕੌਰ ਦੀ ਹੀ ਹੈ? ਮੈਮ ਨਹੀਂ, ਮੈਂ ਉਹ ਫੋਟੋ ਨੂੰ ਹਜੇ ਤੱਕ ਨਹੀਂ ਮੰਨਦਾ ਜਿੰਨਾ ਚਿਰ ਕਿ ਫੋਟੋ ਅਸਲ ਦੇ ਵਿੱਚ ਬੇਅੰਤ ਕੌਰ ਨਹੀਂ ਮੰਨਦੀ ਕਿ ਉਹ ਫੋਟੋ ਮੇਰੀ ਆ, ਤਦ ਤੱਕ ਮੈਂ ਉਸ ਚੀਜ਼ ਤੋਂ ਕਰਦਾ। ਪਰ ਉਸ ਫੋਟੋ ਨੂੰ ਜਿਸ ਤਰੀਕੇ ਨਾਲ ਫੋਟੋ ਖਿੱਚੀ ਗਈ ਆ, ਉਹਦੇ ਉੱਤੇ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਚੀਜ਼। ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਜਿਸ ਤਰੀਕੇ ਦੇ ਨਾਲ ਫੋਟੋ ਖਿੱਚੀ ਗਈ ਹੈ? ਆਪਾਂ 2021 ਵਿੱਚ ਅਸੀਂ ਚੰਦ ਤੱਕ ਦੀਆਂ ਗੱਲਾਂ ਕਰਦੇ ਹਾਂ, ਅਸੀਂ ਮੰਗਲ ਗ੍ਰਹਿ ਤੱਕ ਜਾਣ ਦੀਆਂ ਗੱਲਾਂ ਕਰਦੇ ਹਾਂ, ਤੇ ਅਸੀਂ ਅੱਜ ਪੰਜਾਬ ਦੇ ਲੋਕ ਫਿਰ ਅਸੀਂ ਬਾਹਾਂ ਦੇ ਉੱਪਰ ਫੋਕਸ ਕਰਦੇ ਵੀ ਮੁੰਡੇ ਨੇ ਫੋਟੋ ਕਿਵੇਂ ਕਰਾ ਲਈ, ਕੁੜੀ ਨੇ ਫੋਟੋ ਕਿਵੇਂ ਕਰਾ ਲਈ। ਅਸੀਂ ਅੱਗੇ ਵਧਣਾ ਕਿ ਅਸੀਂ ਪਿੱਛੇ ਨੂੰ ਜਾਣਾ ਆ। ਸਾਨੂੰ ਸਾਡੀ ਆਪਣੀ ਮੈਂਟੈਲਿਟੀ ਦੀ ਲੋੜ ਹੈ ਨਾ। ਜੇ ਅਸੀਂ ਇਹੀ ਚੀਜ਼ਾਂ ਤੋਂ ਡਰਦੇ ਹਾਂ ਵੀ ਕੋਈ ਸਾਡਾ ਮੁੰਡਾ ਕੋਈ ਫੋਟੋ ਦਾ ਕਰਾ ਲਵੇ, ਜੇ ਕੁੜੀ ਸਾਡੀ ਫੋਟੋ ਦਾ ਕਰਾ ਲਵੇ, ਅਸੀਂ ਕੈਨੇਡਾ ਅੰਬ ਲੈਣ ਜਾਣੇ? ਅਸੀਂ ਇੰਡੀਆ 'ਚ ਬੈਠੀ ਕੁੜੀਆਂ ਨੂੰ, ਆਪਣੇ ਕੁੜੀਆਂ ਨੂੰ, ਆਪਣੇ ਬੱਚਿਆਂ ਨੂੰ ਇੰਡੀਆ 'ਚੋਂ ਰੱਖੀਏ, ਇੰਡੀਆ ਵਿੱਚ ਕਰੀਏ ਨਾ, ਇੰਡੀਆ ਦੇ ਵਿੱਚ ਗੱਲਬਾਤ ਕਰਕੇ ਆਪਣੇ ਇੰਡੀਆ 'ਚ ਕੰਮ ਕਰਨ। ਇੰਡੀਆ 'ਚ ਕੋਈ ਬਿਜ਼ਨਸ ਥੋੜੀ ਹੈ ਕਿ ਇੰਡੀਆ 'ਚ ਕਮੀ ਹੈ ਨਹੀਂ ਬਿਜ਼ਨਸ ਦੀ। ਜਿੰਨੇ ਵੀ ਤੁਸੀਂ ਬਿਜ਼ਨਸ ਕਰਨੇ ਆ ਇੰਡੀਆ ਵਿੱਚ ਕਰ ਸਕਦੇ ਹੋ। ਪਰ ਮੇਨ ਚੀਜ਼ ਗੱਲ ਇਹ ਹੁੰਦੀ ਆ ਵੀ ਜੇ ਅਸੀਂ ਆਪਣੇ ਨੂੰ ਐਡਵਾਂਸ ਸਮਝਣਾ ਚਾਹੁੰਦੇ ਆ ਤੇ ਸਾਨੂੰ ਲੋਕਾਂ ਦੇ ਨਾਲ ਉਸੇ ਤਰੀਕੇ ਨਾਲ ਚੱਲਣਾ ਪੈਂਦਾ ਜਿਸ ਤਰੀਕੇ ਦਾ ਮਾਹੌਲ ਹੁੰਦਾ ਹੈ। ਗੁਰਿੰਦਰ ਭੱਟੀ ਜੀ ਨੇ ਇੱਕ ਗੱਲ ਕਹੀ ਸੀਗੀ ਵੀ ਮੇਰੇ ਕੋਲ ਬੇਅੰਤ ਕੌਰ ਦੇ ਕਾਫੀ ਪ੍ਰੂਫ ਨੇ। ਠੀਕ ਹੈ ਜੀ। ਸੁਨੀਲ ਮੱਲਣ ਦਾ ਵੀ ਆ ਗਿਆ ਜੀ, ਮੇਰੇ ਕੋਲ ਕਾਫੀ ਪ੍ਰੂਫ ਨੇ ਜੀ। ਇੱਕ ਚੈਟ ਲਵਪ੍ਰੀਤ ਦੀ ਇੱਕ ਫੋਟੋ ਆ, ਉਹ ਹੈਗੀ ਆ ਜਿਹੜੀ ਰਬਦੀਪ ਦੇ ਨਾਲ ਫੋਟੋ ਜਿਹੜੀ ਉਹਦੇ ਸਾਹਮਣੇ ਆਉਂਦੀ ਹੈ। ਠੀਕ ਹੈ ਜੀ। ਦੋ ਪ੍ਰੂਫ, ਇਹ ਦੋ ਪ੍ਰੂਫ ਦੇ ਉੱਤੇ ਹੁਣ ਤੱਕ 2 ਮਹੀਨੇ ਤੋਂ ਉੱਪਰ ਕੇਸ, 2 ਮਹੀਨੇ ਹੋ ਚਲੇ ਕੇਸ ਨੂੰ, ਉਹ ਸਿਰਫ 2 ਪ੍ਰੂਫ ਕੁੜੀ ਦੇ ਸਾਹਮਣੇ ਆਏ ਨੇ ਜੀ। ਉਹ 2 ਪ੍ਰੂਫਾਂ ਦੇ ਉੱਤੇ ਅਸੀਂ ਕਿਸੇ ਨੂੰ ਕਿਵੇਂ ਗੁਨੇਗਾਰ ਸਾਬਿਤ ਕਰ ਦਾਂਗੇ, ਤੁਸੀਂ ਮੈਨੂੰ ਦੱਸੋ। ਆਪਾਂ ਕਿਸੇ ਨੂੰ ਗੁਨੇਗਾਰ ਸਾਬਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ, ਪਰ ਇਹ ਵੀ ਥੋੜਾ ਸਮਝਣ ਦੀ ਲੋੜ ਹੈ ਕਿ ਸਾਡੇ ਸਮਾਜ ਦੇ ਵਿੱਚੋਂ ਇੱਕ ਨੌਜਵਾਨ ਬੱਚਾ ਗਿਆ। ਜੇਕਰ ਇਹ ਖੁਦਕੁਸ਼ੀ ਹੈ, ਜੇਕਰ ਆਪਾਂ ਮੰਨ ਲਈਏ ਤਾਂ ਸਮਾਜ ਦੇ ਵਿੱਚੋਂ ਨੌਜਵਾਨਾਂ ਦੇ ਵੱਲੋਂ ਖੁਦਕੁਸ਼ੀ ਕਰਨਾ ਬਹੁਤ ਹੀ ਮਾੜਾ ਹੈ, ਪੰਜਾਬ ਦੇ ਹਾਲਾਤਾਂ ਦੇ ਲਈ ਬਹੁਤ ਹੀ ਜ਼ਿਆਦਾ ਬੁਰੀ ਗੱਲ ਹੈ। ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਕਹਿ ਰਹੇ ਹੋ ਮੰਨ ਲਿਆ ਜਾਵੇ ਕਿ ਇਹ ਸਾਰੀ ਚੈਟ ਹੈ ਜਿਹੜੀ ਜਿਸ ਨੂੰ ਆਧਾਰ ਬਣਾਇਆ ਜਾ ਰਿਹਾ ਹੈ, ਇਹੀ ਸਭ ਕੁਝ ਇਸ ਸਮੇਂ ਬੇਅੰਤ ਕੌਰ ਖੁਦਾ ਨਾ ਖਾਸਤਾ ਐਵੇਂ ਹੁੰਦਾ, ਪਰ ਜੇਕਰ ਅਜਿਹਾ ਹੁੰਦਾ ਕਿ ਬੇਅੰਤ ਕੌਰ ਅਜਿਹਾ ਕੋਈ ਸਟੈਪ ਚੱਕ ਲੈਂਦੀ ਤਾਂ ਕਿ ਫਿਰ ਵੀ ਤੁਸੀਂ ਇਸ ਚੈਟ ਨੂੰ ਆਧਾਰ ਨਹੀਂ ਮੰਨਣਾ ਸੀ? ਮੈਮ ਜੇਕਰ ਲਵਪ੍ਰੀਤ ਅੱਜ ਇੱਥੇ ਇੰਡੀਆ ਦੇ ਵਿੱਚ ਜਿਹੜੀ ਮੌਤ ਉਹਦੀ ਹੋਈ ਆ, ਜੇ ਕੱਲ ਕੈਨੇਡਾ ਜਾ ਕੇ ਮੌਤ ਹੋ ਜਾਂਦੀ ਤੇ ਫਿਰ ਤੁਸੀਂ ਕੀ ਕਹਿੰਦੇ ਵੀ ਬੇਅੰਤ ਕੌਰ ਨੇ ਉੱਥੇ ਕਤਲ ਕਰਤਾ ਉਹਦਾ? ਸਵਾਲ ਬਦਲ ਦਿੱਤਾ। ਤੁਸੀਂ ਕਹਿ ਰਹੇ ਹੋ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਬੇਅੰਤ ਕੌਰ ਨੂੰ ਕਿਉਂਕਿ ਜਿਹੜਾ ਲਵਪ੍ਰੀਤ ਹੈ, ਠੀਕ ਹੈ, ਉਹ ਆਪਣੀ ਜ਼ਿੰਮੇਵਾਰੀ ਸੀ। ਤੁਸੀਂ ਕਿਹਾ ਕਿ ਉਹ ਬਾਹਰ ਜਾ ਕੇ ਮਰਦਾ ਤਾਂ ਫਿਰ ਵੀ ਇਹੋ ਜਿਹਾ ਕੁਝ ਨਹੀਂ ਹੋਣਾ ਸੀਗਾ। ਜੇ ਇਹ ਮੰਨ ਲਿਆ ਜਾਵੇ ਕਿ ਹਾਲਾਤ ਬਿਲਕੁਲ ਉਲਟ ਹੋ ਜਾਣ ਤਾਂ ਕੀ ਇਹ ਸਾਰੀ ਚੈਟ ਦੇ ਆਧਾਰ ਤੇ ਲਵਪ੍ਰੀਤ ਤੇ ਨਹੀਂ ਇਹ ਸਾਰੇ ਸਵਾਲ ਖੜੇ ਹੋਣੇ ਸੀ? ਤੁਹਾਨੂੰ ਮੈਂ ਗੱਲ ਕਲੀਅਰ ਕਰ ਦਵਾਂ, ਜਿਹੜੀ ਚੈਟ ਦੀ ਗੱਲ ਆ ਨਾ, ਜਿਹੜੀ ਚੈਟ ਦੇ ਸਕਰੀਨਸ਼ਾਟ ਨੇ ਨਾ, ਇਹ ਕੋਰਟਾਂ ਦੇ ਵਿੱਚ ਇਸ ਟਾਈਮ ਮਾન્ય ਨਹੀਂ ਹੁੰਦੇ। ਠੀਕ ਹੈ ਜੀ। ਇਹਦੇ ਵਾਸਤੇ ਸਾਨੂੰ ਡਾਕਸ ਲੈਣੇ ਦੀ ਲੋੜ ਪੈਂਦੀ ਆ। ਡਾਕਸ ਦਾ ਮਤਲਬ ਹੁੰਦਾ ਵੀ ਜਿਹੜੇ ਸਾਡੇ ਰਿਐਲਿਟੀ ਦੇ ਵਿੱਚ ਸਾਡੀ ਜਿਹੜੀ ਚੈਟ ਮਿਲਦੀ ਹੈ ਜੀ। ਠੀਕ ਹੈ ਜੀ। ਕਾਨੂੰਨ ਸਾਡਾ ਹੈਗਾ, ਕਾਨੂੰਨ ਸਾਡਾ ਬੇਬਾਕੀ ਨਾਲ ਕੰਮ ਕਰਦਾ ਹੈ। ਕਾਨੂੰਨ ਜੇ ਅੱਜ ਸਾਡੇ ਕੋਲ ਪੰਜਾਬ ਪੁਲਿਸ ਦੀ ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਪੁਲਿਸ ਸਹੀ ਤਰੀਕੇ ਗੱਲ ਕਰਦੇ ਹਾਂ ਕਿਉਂਕਿ 90% ਲੋਕ ਇੱਕ ਪਾਸੇ ਨੇ ਇਸ ਸਮੇਂ, ਉਹ ਇਸ ਕਰਕੇ ਨੇ ਕਿਉਂਕਿ ਚੈਟ ਦੇ ਆਧਾਰ ਤੇ ਨੇ। ਸਿਰਫ ਜੇ ਆਪਾਂ ਚੈਟ ਦੇ ਆਧਾਰ ਮੰਨ ਕੇ ਗੱਲ ਕਰੀਏ ਤਾਂ ਮੇਰਾ ਸਿੱਧਾ ਜਿਹਾ ਸਵਾਲ ਇਹ ਹੈ ਕਿ ਜੇਕਰ ਇਸ ਸਮੇਂ ਬੇਅੰਤ ਕੌਰ ਸੁਸਾਈਡ ਕਰਦੀ ਤਾਂ ਲਵਪ੍ਰੀਤ ਤੇ ਇਹ ਸਾਰੇ ਮਾਮਲੇ ਦਾ ਕੇਸ ਦਰਜ ਹੋਣਾ ਚਾਹੀਦਾ ਸੀ ਜਾਂ ਫਿਰ ਨਹੀਂ? ਹਾਂ ਜਾਂ ਨਾ ਦੇ ਵਿੱਚ ਦੱਸੋ ਪਹਿਲਾਂ, ਫਿਰ ਆਪਾਂ ਇਹਨੂੰ ਅੱਗੇ ਗੱਲ ਕਰਦੇ ਹਾਂ। ਦੇਖੋ ਜੀ, ਜੇ ਤਾਂ ਚੈਟ ਆਧਾਰ ਦੇ ਉੱਤੇ ਜੇ ਤਾਂ ਸਰਕਾਰ ਜਾਂ ਕੋਰਟ ਮੰਨਦੀ ਆ ਚੈਟ ਨੂੰ, ਫਿਰ ਤਾਂ ਹੋਣਾ ਚਾਹੀਦਾ ਸੀ। ਜੇ ਕੋਰਟ ਨਹੀਂ ਮੰਨਦੀ ਫਿਰ ਨਹੀਂ ਜੀ, ਕਿਉਂਕਿ ਕੋਰਟ ਕਹਿਣ ਨਾਲ ਪਰਚਾ ਦਰਜ ਨਹੀਂ ਹੋ ਸਕਦਾ। ਠੀਕ ਹੈ ਜੀ। ਜੋ ਕੋਰਟ ਨੇ ਜੋ ਇਨਵੈਸਟੀਗੇਸ਼ਨ ਦੇ ਵਿੱਚ ਚੀਜ਼ ਸਾਹਮਣੇ ਆਉਣੀ ਹੈ ਜੀ, ਉਹਦੇ ਵਿੱਚ ਹੁੰਦਾ ਜੇ ਹਾਂ ਇਹ ਗੱਲ ਜ਼ਰੂਰ ਸੀ, ਜੇਕਰ ਬੇਅੰਤ ਕੌਰ ਦੇ ਵੱਲੋਂ ਇਹ ਚੀਜ਼ ਲਿਖੀ ਜਾਂਦੀ ਵੀ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ, ਮੈਂ ਅੱਜ ਤੋਂ ਬਾਅਦ ਮੈਂ ਕੋਈ ਹੋਰ ਲੱਭ ਲਿਆ ਆ, ਮੈਂ ਅੱਜ ਤੋਂ ਬਾਅਦ ਤੂੰ ਮੈਨੂੰ ਫੋਨ ਕਰਨਾ ਬੰਦ ਕਰ ਦੇ, ਅੱਜ ਤੋਂ ਬਾਅਦ ਮੈਂ ਤੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ, ਤੂੰ ਜੋ ਕਰਨਾ ਕਰ, ਮਰਨਾ ਮਰ, ਜੋ ਮਰਜ਼ੀ ਕਰ, ਫਿਰ ਉਸ ਦੇ ਉੱਤੇ 306 ਦਾ ਪਰਚਾ ਬਿਲਕੁਲ ਬਣਦਾ ਸੀ। ਮੈਮ ਦੇਖੋ ਜੀ, ਅੱਜ ਜੇ ਤੁਸੀਂ ਇਸ ਗੱਲ ਦੀ ਕਰਦੇ ਹੋ ਅੱਜ ਫਿਰ ਮੈਂ ਸ਼ਾਇਦ ਲਵਪ੍ਰੀਤ ਵਾਲੇ ਪਾਸੇ ਖੜਾ ਹੁੰਦਾ, ਜਿਹਦੇ ਪਾਸੇ ਸੱਚ ਹੁੰਦਾ ਮੈਂ ਉਸ ਪਾਸੇ ਖੜਾ ਹੁੰਦਾ ਵੀ ਹਾਂ ਵੀ ਬੇਅੰਤ ਕੌਰ ਦੇ ਉੱਤੇ ਜੇ ਚੈਟ ਤੋਂ ਉਸ ਚੀਜ਼ ਦੇ ਸਾਹਮਣੇ ਆਉਂਦੀ ਆ, ਉਹ ਚੀਜ਼ ਦਾ ਹੁੰਦਾ। ਤੁਸੀਂ ਮੰਨ ਰਹੇ ਹੋ ਕਿ ਲਵਪ੍ਰੀਤ ਤੇ ਫਿਰ ਕੇਸ ਦਰਜ ਹੋਣਾ ਚਾਹੀਦਾ ਸੀ? ਨਹੀਂ ਹੋਣਾ ਚਾਹੀਦਾ ਸੀ। ਜੋ ਅੱਜ ਹਾਲਾਤ ਇਹਦੇ ਨਾਲ ਆ ਉਹੀ ਹਾਲਾਤ ਕੱਲ ਲਵਪ੍ਰੀਤ ਨਾਲ ਹੋਣੇ ਸੀਗੇ। ਨਹੀਂ ਹੋਣਾ ਚਾਹੀਦਾ ਸੀ। ਜਿਹੜੀ ਚੀਜ਼ ਕਾਨੂੰਨੀ ਤੌਰ ਤੇ ਚੀਜ਼ ਚੱਲਦੀ ਆ, ਮੇਰੇ ਕਹਿਣ ਨਾਲ ਜਾਂ ਤੁਹਾਡੇ ਕਹਿਣ ਨਾਲ ਉਹ ਪਰਚਾ ਦਰਜ ਹੋਣੇ ਸੀ। ਖੁਦਕੁਸ਼ੀ ਦਾ ਜ਼ਿੰਮੇਵਾਰ ਆਪ ਹੈ ਜੀ, ਖੁਦ ਜ਼ਿੰਮੇਵਾਰ ਹੈ ਉਹ। ਬਿਲਕੁਲ ਜੀ। ਮੈਮ ਜਿਹੜੇ ਖੁਦਕੁਸ਼ੀ ਕਰਦੇ ਆ ਨਾ, ਖੁਦਕੁਸ਼ੀਆਂ ਦੇ ਵਿੱਚ ਨਾ ਆਪ ਹੀ ਜ਼ਿੰਮੇਵਾਰ ਹੁੰਦੇ ਅਸੀਂ ਕਿਸੇ ਤੀਸਰੇ ਬੰਦੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਜਿਹੜੀ ਖੁਦਕੁਸ਼ੀ ਹੈ, ਖੁਦ ਆਪਣੀ ਮਰਜ਼ੀ ਨਾਲ ਜਿਹੜਾ ਮੌਤ ਹੋਈ, ਉਹਦੇ ਵਿੱਚ ਅਸੀਂ ਕਿਸੇ ਨੂੰ ਗੁਨੇਗਾਰ ਕਿਵੇਂ ਠਹਿਰਾ ਦਾਂਗੇ? ਤੁਸੀਂ ਮੈਨੂੰ ਆਪ ਦੱਸ ਦਿਓ। ਇੱਥੇ ਆਪਾਂ ਸਿਰਫ ਬੇਅੰਤ ਕੌਰ ਦਾ ਨਾਮ ਤਾਂ ਨਹੀਂ ਲੈ ਰਹੇ, ਪਰ ਦੇਖੋ ਉਹਦੀ ਸਮਝ ਨਿਆਣੀ ਸੀ, ਉਹਨੂੰ ਸਮਝ ਘੱਟ ਸੀ। ਦੂਸਰਾ ਉਹ ਟੈਨਸ਼ਨ ਦੇ ਵਿੱਚ ਸੀਗਾ।
ਇੰਨੀ ਜੀ ਛੋਟੀ ਉਮਰ 'ਚ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿਹਦੇ ਨਾਲ ਜਾ ਕੇ ਗੱਲਬਾਤ ਕਰਨ, ਕੋਈ ਸਮਝਾਉਣ ਵਾਲਾ ਨਹੀਂ ਸੀ, ਕੋਈ ਸਮਝਣ ਵਾਲਾ ਵੀ ਨਹੀਂ ਸੀ। ਜੀ ਜੇਕਰ ਉਹਨੇ ਲੈ ਕੇ ਦੇਖਿਆ ਤਾਂ ਬੇਅੰਤ ਕੌਰ ਦਾ ਹੀ ਸਾਥ ਦਿਖਿਆ ਕਿ ਮੇਰੀ ਪਤਨੀ ਹੈ ਤੇ ਇਹਨੇ ਹੀ ਬਾਹਰ ਲੈ ਕੇ ਜਾਣਾ ਹੈ। ਜੇਕਰ ਆਪਾਂ ਉਸੇ ਮੁੱਦੇ ਤੇ ਚੱਲੀਏ ਤਾਂ ਇਸ ਕਰਕੇ ਉਹ ਉਸ ਤੱਕ ਹੀ ਅਪਰੋਚ ਕਰ ਰਿਹਾ ਸੀਗਾ। ਮੈਮ ਦੇਖੋ, ਅਸਲ ਦੇ ਵਿੱਚ ਕੀ ਸੀਗਾ। ਬਾਕੀ ਮੈਂ ਮੰਨ ਰਹੀ ਹਾਂ ਕਿ ਗਲਤੀ ਹੈ। ਤੁਹਾਨੂੰ ਬੱਚੇ ਹੂੰ, ਨੂੰ ਇਸ ਕਦਰ ਸਮਝਣਾ ਚਾਹੀਦਾ। ਜੇਕਰ ਤੁਸੀਂ ਅੱਜ ਉਸ ਦੀਆਂ ਇੱਕ ਇੱਕ ਗੱਲਾਂ ਨੂੰ ਸਮਝ ਰਹੇ ਹੋ, ਚੈਟ ਦੇ ਆਧਾਰ ਤੇ ਸਮਝ ਰਹੇ ਹੋ ਅੱਜ ਵੀ, ਤਾਂ ਜੀ ਤੁਹਾਨੂੰ ਬਿਲਕੁਲ। ਬੱਚੇ ਦੇ ਹਾਲਾਤਾਂ ਨੂੰ ਦੇਖਦੇ ਹੋ ਸਭ ਕੁਝ ਸਮਝਣਾ ਚਾਹੀਦਾ ਸੀਗਾ। ਤਾਂ ਦੋਨਾਂ ਪਾਸੋਂ ਹੀ ਗਲਤੀ ਜ਼ਰੂਰ ਸੀ, ਪਰ ਉਹ ਜਿਹੀ ਹਾਲਾਤ ਦੇ ਵਿੱਚ ਇੱਕ ਪਤਨੀ ਦਾ ਫਰਜ਼ ਬਣਦਾ ਹੈ ਕਿ ਹੌਸਲਾ ਦੇਵੇ, ਭਾਵੇਂ ਪਤਨੀ ਹੋਵੇ ਜਾਂ ਫਿਰ ਪਰਿਵਾਰਿਕ ਮੈਂਬਰ ਹੀ ਕਿਉਂ ਨਾ ਹੋਣ। ਜੀ ਜਿਵੇਂ ਬਿਲਕੁਲ। ਆ ਰਹੇ ਨੇ, ਭੈਣਾਂ ਆ ਰਹੀਆਂ ਨੇ, ਜੀਜੇ ਆ ਰਹੇ ਨੇ, ਚਾਚੇ ਆ ਰਹੇ ਨੇ, ਰਿਸ਼ਤੇਦਾਰ ਆ ਰਹੇ ਨੇ, ਜੇਕਰ ਇਹ ਉਸ ਸਮੇਂ ਨਾਲ ਹੁੰਦੇ, ਸਾਥ ਕਰਦੇ, ਤਾਨੇ ਮੇਣੇ ਨਾ ਦਿੰਦੇ, ਸਭ ਤੋਂ ਪਹਿਲੀ ਗੱਲ, ਦੂਸਰੀ ਗੱਲ ਉਹਨੂੰ ਸਮਝਦੇ ਉਹਦੇ ਹਾਲਾਤਾਂ ਨੂੰ, ਤਾਂ ਅਜਿਹਾ ਕੁਝ ਵੀ ਨਹੀਂ ਹੋਣਾ ਸੀ। ਪਰ ਦੋਨੋਂ ਪੱਖ ਜ਼ਿੰਮੇਵਾਰ ਨੇ ਨਾ ਇਹਦੇ ਲਈ। ਜੇ ਇਹਨਾਂ ਨੇ ਸਾਥ ਨਹੀਂ ਦਿੱਤਾ ਤਾਂ ਬੇਅੰਤ ਕੌਰ ਸਾਥ ਦੇ ਕੇ ਸਮਝਾ ਸਕਦੀ ਸੀ। ਥੰਬਸ ਅਪ ਭੇਜਿਆ ਸੀ, ਤੁਹਾਨੂੰ ਯਾਦ ਹੋਣਾ। ਜੀ ਜੇਕਰ ਭੇਜਿਆ ਸੀ, ਪਰ ਫਿਰ ਵੀ ਉਹਦਾ ਫਰਜ਼ ਬਣਦਾ ਸੀ ਕਿ ਜੇਕਰ ਕਿਸੇ ਦਲਦਲ ਦੇ ਵਿੱਚ ਲਵਪ੍ਰੀਤ ਸੀ ਤਾਂ ਉਸਨੂੰ ਕੱਢ ਕੇ ਬਾਹਰ ਲੈ ਜਾਂਦੀ। ਆਪਾਂ ਉਹਨੂੰ ਹੀ ਅਸਲੀ ਪਤਨੀ ਮੰਨਾਂਗੇ ਕਿ ਨਹੀਂ? ਮੈਮ ਦੇਖੋ ਜੀ, ਅਸੀਂ ਗੱਲ ਕਰਦੇ ਹਾਂ ਵੀ ਹਾਂ ਵੀ ਬੇਅੰਤ ਕੌਰ ਨੂੰ ਉਹਦਾ ਵੀਜ਼ਾ ਲਵਾ ਲੈਣਾ ਚਾਹੀਦਾ ਸੀ। ਅਸਲ ਦੇ ਵਿੱਚ ਨਾ ਇਸ ਰਿਸ਼ਤੇ ਨੂੰ ਖਰਾਬ ਹੋਣ ਦੇ ਲਈ, ਜਿਹੜਾ ਰਿਸ਼ਤਾ ਖਰਾਬ ਹੋਇਆ ਨਾ, ਇਹਦੇ ਵਿੱਚ ਜ਼ਿੰਮੇਵਾਰ ਕੌਣ ਨੇ? ਇਹਦੇ ਵਿੱਚ ਜ਼ਿੰਮੇਵਾਰ ਆਪਣਾ ਸਮਾਜ ਆ। ਠੀਕ ਹੈ ਜੀ। ਆਪਣੀ ਉਹ ਜਿਹੜੀ ਮਾੜੀ ਮਾਨਸਿਕਤਾ ਨਾ, ਉਹ ਆ ਵੀ ਜਦੋਂ ਅਸੀਂ ਨਾ ਇੱਕ ਮੁੰਡਾ ਜਾਂ ਬਾਹਰ ਜਾਣ ਦੀ ਗੱਲ ਕਰਦਾ ਜਾਂ ਕੁਝ ਵੀ, ਉਹਨੂੰ ਅਸੀਂ ਤਾਨੇ ਮਿਹਣੇ ਦੇਣਾ ਸ਼ੁਰੂ ਕਰ ਦਿੰਦੇ ਹਾਂ ਵੀ ਤੂੰ ਤਾਂ ਇੱਥੇ ਰਹਿ ਜਾਣਾ ਬਈ। ਜਿੱਦਾਂ ਚਾਚੇ ਨੇ ਵੀ ਗੱਲ ਕਹੀ ਸੀਗੀ ਵੀ ਤੇਰਾ ਤਾਂ 15 ਲੱਖ ਰੁਪਈਆ ਵੀ ਜਾਊਗਾ, ਤੇਰਾ ਕਿੱਲਾ ਵੀ ਵਿਕੂਗਾ। ਅਸਲ ਦੇ ਵਿੱਚ ਕੀ ਆ, ਹੁਣ ਲੋਕ ਕਹਿੰਦੇ ਨੇ ਜੀ ਇਹ ਮਜ਼ਾਕ ਸੀ, ਚਾਚਾ ਮਜ਼ਾਕ ਕਰਦਾ ਸੀ। ਵੀ ਜੇ ਚਾਚਾ ਮਜ਼ਾਕ ਕਰਦਾ ਸੀ ਤੇ ਬਾਕੀ ਲੋਕ ਕੀ ਕਰਦੇ ਸੀ, ਹੈਨਾ? ਅਸਲ ਦੇ ਵਿੱਚ ਇਹ ਅੱਜ ਦਰਜ ਅਸੀਂ ਗੱਲ ਕਰਦੇ ਹਾਂ, ਬੇਅੰਤ ਕੌਰ ਨੂੰ ਜੇ ਦੋਸ਼ੀ ਸਮਝਦੇ ਆ ਨਾ, ਤੇ ਨਾਲ ਪੂਰਾ ਸਮਾਜ, ਉਹ ਵੀ ਲੋਕ ਜ਼ਿੰਮੇਵਾਰ ਨੇ ਜਿਹੜੇ ਉਹਨੂੰ ਤਾਨੇ ਮਿਹਣੇ ਮਾਰਦੇ ਸੀ। ਤੁਸੀਂ ਇੱਥੇ ਥੋੜੀ ਗਲਤ ਵਰਡਿੰਗ ਯੂਜ਼ ਕਰ ਰਹੇ ਹੋ ਕਿ ਜੇ ਤੁਸੀਂ ਦੋਸ਼ੀ ਸਮਝ ਰਹੇ ਹੋ। ਆਪਾਂ ਦੋਨੋਂ ਪੱਖ ਦੇਖ ਕੇ ਚੱਲ ਰਹੇ ਹਾਂ, ਸਿਰਫ ਆਪਾਂ ਇਹ ਕਹਿ ਰਹੇ ਹਾਂ। ਨਹੀਂ, ਮੈਂ ਦੋਸ਼ੀ ਇਸ ਚੀਜ਼ ਦੀ ਗੱਲ ਕਰ ਰਿਹਾ